ਸਤਿ ਸ਼੍ਰੀ ਅਕਾਲ ਦੋਸਤੋ, ਜੀਕੇ ਫੈਕਟਸ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅੱਜ ਆਪਾਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਪਟਵਾਰੀ ਦੇ ਪੇਪਰ ਦੇ ਰਿਗਾਰਡਿੰਗ ਇੰਡੀਅਨ ਪੋਲਿਟੀ ਦੇ ਬਹੁਤ ਹੀ ਮਹੱਤਵਪੂਰਨ ਕੁਐਸਚਨ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਪਟਵਾਰੀ ਦੇ ਪੇਪਰ ਦੀ ਤਿਆਰੀ ਕਰਵਾ ਰਹੇ ਹਾਂ ਤੇ ਰੋਜ਼ਾਨਾ ਵੀਡੀਓ ਪਾ ਰਹੇ ਹਾਂ। ਤੇ ਦੋਸਤੋ, ਜੋ ਅੱਜ ਆਪਾਂ ਟੌਪਿਕ ਦੇ ਕੁਐਸਚਨ ਲੈ ਕੇ ਆਏ ਬਹੁਤ ਹੀ ਇੰਪੋਰਟੈਂਟ ਆ, ਤੁਸੀਂ ਸਾਰਿਆਂ ਨੇ ਧਿਆਨ ਨਾਲ ਸੁਣਨੇ ਆ। ਤੇ 20 ਕੁਐਸਚਨ ਹੋਣਗੇ ਤੇ ਇਹਨਾਂ ਨੂੰ ਇੰਗਲਿਸ਼ ਤੋਂ ਮੈਂ ਪੰਜਾਬੀ ਦੇ ਵਿੱਚ ਕਨਵਰਟ ਕਰਕੇ ਤੁਹਾਨੂੰ ਸਮਝਾਵਾਂਗਾ। ਠੀਕ ਹੈ ਨਾ ਦੋਸਤੋ। ਇੰਡੀਅਨ ਪੋਲਿਟੀ ਸੋਚ ਰਿਹਾ ਮੈਂ ਕਿ ਇੱਕ ਵਾਰੀ ਪਹਿਲਾਂ ਕਵਰ ਕਰ ਦਈਏ, ਤਾਂ ਹੀ ਮੈਂ ਰੋਜ਼ਾਨਾ ਇਸ ਦੀ ਵੀਡੀਓ ਲੈ ਕੇ ਆ ਰਿਹਾ ਵੀ ਇੱਕ ਵਾਰੀ ਇਹ ਟੌਪਿਕ ਪੂਰਾ ਕੰਪਲੀਟ ਹੋ ਜਾਵੇ, ਫਿਰ ਆਪਾਂ ਅੱਗੇ ਹੋਰ ਟੌਪਿਕਸ ਨੂੰ ਇੱਕਦਾਂ ਹੀ ਕਵਰ ਕਰਦੇ ਜਾਵਾਂਗੇ। ਪਹਿਲਾ ਪ੍ਰਸ਼ਨ, ਵਿਚ ਵਨ ਆਫ ਦ ਫੋਲੋਇੰਗ ਆਰਟੀਕਲ ਮੇਕਸ ਪ੍ਰੋਵੀਜ਼ਨ ਫॉर ਦੀ ਰਿਜ਼ਰਵੇਸ਼ਨ ਆਫ ਦ SC ST ਇਨ ਗਵਰਨਮੈਂਟ ਸਰਵਿਸ। ਕਹਿੰਦੇ ਇਹਨਾਂ 'ਚੋਂ ਦਿੱਤੇ ਗਏ ਕਿਹੜੇ ਆਰਟੀਕਲ ਦੇ ਤਹਿਤ SC ST ਦੀ ਰਿਜ਼ਰਵੇਸ਼ਨ ਗਵਰਨਮੈਂਟ ਸਰਵਿਸ ਦੇ ਵਿੱਚ ਮਿਲਦੀ ਆ। ਪ੍ਰੋਵੀਜ਼ਨ ਕਿਹੜੇ ਆਰਟੀਕਲ ਦੇ ਤਹਿਤ ਮਤਲਬ ਕਿ SC ST ਨੂੰ ਸਰਕਾਰੀ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਯਾਨੀ ਕਿ ਕੋਟਾ ਮਿਲਦਾ। ਤਾਂ ਦੋਸਤੋ ਉਹ ਹੈਗਾ ਆਰਟੀਕਲ 335 ਸੰਵਿਧਾਨ ਦੇ 335 ਆਰਟੀਕਲ ਦੇ ਤਹਿਤ SC ST ਨੂੰ ਸ਼ਡਿਊਲ ਕਾਸਟ ਸ਼ਡਿਊਲ ਟਰਾਈਬਸ ਨੂੰ ਸਰਕਾਰੀ ਨੌਕਰੀਆਂ ਦੇ ਵਿੱਚ ਕੋਟਾ ਮਿਲਦਾ। ਠੀਕ ਹੈ ਨਾ, ਰਿਜ਼ਰਵੇਸ਼ਨ ਮਿਲਦੀ ਆ। ਦੂਜਾ ਪ੍ਰਸ਼ਨ ਆ ਗਿਆ, ਪੌਂਡੀਚੇਰੀ ਬਿਫੋਰ ਜੁਆਇਨਿੰਗ ਦੀ ਇੰਡੀਅਨ ਯੂਨੀਅਨ ਵਾਸ ਦੀ ਅੰਡਰ ਕੰਟਰੋਲ ਆਫ। ਕਹਿੰਦੇ ਪੌਂਡੀਚੇਰੀ ਜੋ ਆਪਣੀ ਇਸ ਟਾਈਮ ਯੂਟੀ ਆ ਦੋਸਤੋ, ਯੂਨੀਅਨ ਟੈਰੀਟਰੀ ਆ, ਕੇਂਦਰੀ ਸ਼ਾਸਿਤ ਪ੍ਰਦੇਸ਼ ਆ। ਤੇ ਉਹ ਕਹਿੰਦੇ ਇੰਡੀਅਨ ਯੂਨੀਅਨ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਮਤਲਬ ਜਦ ਇੰਡੀਅਨ ਯੂਨੀਅਨ ਦਾ ਇੰਡੀਆ ਦਾ ਪਾਰਟ ਨਹੀਂ ਤਾਂ ਹੈਗਾ, ਭਾਰਤ ਦਾ ਪਾਰਟ ਨਹੀਂ ਸੀ ਉਹ, ਤਾਂ ਫਿਰ ਕਿਹਦਾ ਪਾਰਟ ਸੀ ਉਸ ਟਾਈਮ ਦੋਸਤੋ? ਪੌਂਡੀਚੇਰੀ ਫਰਾਂਸ ਦਾ ਪਾਰਟ ਸੀ। ਠੀਕ ਹੈ ਨਾ, ਯਾਦ ਰੱਖਣਾ ਫਰਾਂਸ ਆਨਸਰ ਇਹਦਾ। ਤੇ ਪ੍ਰਸ਼ਨ ਆ ਗਿਆ ਤੀਜਾ, ਵਿਚ ਆਫ ਦਾ ਫੋਲੋਇੰਗ ਯੂਨੀਅਨ ਟੈਰੀਟਰੀਜ਼ ਹੈਜ਼ ਇਟਸ ਟੈਰੀਟੋਰੀਅਲ ਏਰੀਆਜ਼ ਸਪਰੈਡ ਇਨ 3 ਸਟੇਟਸ। ਕਹਿੰਦੇ ਇਹਨਾਂ ਵਿੱਚੋਂ ਨਿਮਨਲਿਖਤ ਦੇ ਵਿੱਚੋਂ ਦੱਸੋ ਵੀ ਕਿਹੜੀ ਕੇਂਦਰ ਸ਼ਾਸਿਤ ਪ੍ਰਦੇਸ਼ ਆ। ਯੂਨੀਅਨ ਟੈਰੀਟਰੀ ਨੂੰ ਆਪਾਂ ਕੇਂਦਰ ਸ਼ਾਸਿਤ ਪ੍ਰਦੇਸ਼ ਕਹਿੰਦੇ ਹਾਂ ਦੋਸਤੋ, ਵੀ ਕਿਹੜਾ ਕੇਂਦਰੀ ਸ਼ਾਸਿਤ ਪ੍ਰਦੇਸ਼ ਆ ਜਿਹਦਾ ਏਰੀਆ ਨਾ 3 ਸਟੇਟਸ ਦੇ ਵਿੱਚ ਸਪਰੈਡ ਹੋਇਆ ਹੋਇਆ, 3 ਰਾਜਾਂ ਦੇ ਵਿੱਚ ਸਪਰੈਡ ਹੋਇਆ ਮਤਲਬ ਫੈਲਿਆ ਹੋਇਆ। ਤਾਂ ਦੋਸਤੋ ਹੈਗੇ ਪੌਂਡੀਚੇਰੀ ਦਾ ਏਰੀਆ 3 ਰਾਜਾਂ ਦੇ ਵਿੱਚ ਫੈਲਿਆ ਹੋਇਆ। ਠੀਕ ਹੈ ਨਾ, ਸਪਰੈਡ ਹੋਇਆ। ਅੱਗੇ ਆ ਗਿਆ ਪ੍ਰਸ਼ਨ ਚੌਥਾ, ਹੂ ਆਫ ਦਾ ਫੋਲੋਇੰਗ ਕੈਨ ਇੰਪੋਜ਼ ਰੀਜਨੇਬਲ ਰਿਸਟ੍ਰਿਕਸ਼ਨਸ ਔਨ ਦੀ ਰਾਈਟ ਆਫ ਦਾ ਇੰਡੀਅਨ ਸਿਟੀਜ਼ਨਸ। ਕਹਿੰਦੇ ਕਿਸ ਦੇ ਕੋਲ ਪਾਵਰ ਹੁੰਦੀ ਹੈ ਕਿ ਭਾਰਤੀ ਸਿਟੀਜ਼ਨਸ ਦੇ ਮੌਲਿਕ ਅਧਿਕਾਰਾਂ ਦੇ ਉੱਤੇ ਰਿਸਟ੍ਰਿਕਸ਼ਨ ਲਗਾਈ ਜਾਵੇ। ਠੀਕ ਹੈ ਨਾ, ਔਰ ਕੌਣ ਰਿਸਟ੍ਰਿਕਸ਼ਨ ਲਗਾ ਸਕਦਾ ਹੈ ਮਤਲਬ ਕਿ ਰੋਕ ਸਕਦਾ ਹੈ ਭਾਰਤੀਆਂ ਦੇ ਮੌਲਿਕ ਅਧਿਕਾਰਾਂ ਨੂੰ, ਮਤਲਬ ਕਿ ਕੌਣ ਰੋਕ ਸਕਦਾ, ਕਿਹਦੇ ਕੋਲ ਪਾਵਰ ਆ? ਤਾਂ ਦੋਸਤੋ ਹੈਗੀ ਆ ਪਾਰਲੀਮੈਂਟ ਕੋਲ। ਠੀਕ ਹੈ ਨਾ, ਯਾਦ ਰੱਖਣਾ। ਪ੍ਰਸ਼ਨ ਆ ਗਿਆ ਪੰਜਵਾਂ, ਦਾ ਚੀਫ ਜਸਟਿਸ ਆਫ ਇੰਡੀਆ ਕੈਨ ਬੀ ਰਿਮੂਵਡ ਇਨ ਦੀ ਅਕੋਰਡੈਂਸ ਵਿਦ ਦੀ ਪ੍ਰੋਸੀਜਰ ਲੇਡ ਡਾਊਨ ਇਨ ਦਾ ਕੌਨਸਟੀਟਿਊਸ਼ਨ ਬਾਏ। ਕਹਿੰਦੇ ਚੀਫ ਜਸਟਿਸ, ਇਸ ਪ੍ਰਸ਼ਨ ਦੇ ਵਿੱਚ ਪੁੱਛਿਆ ਗਿਆ ਕਿ ਚੀਫ ਜਸਟਿਸ ਨੂੰ ਕਿਵੇਂ ਰਿਮੂਵ ਕੀਤਾ ਜਾ ਸਕਦਾ ਹੈ, ਕਿਹੜੇ ਪ੍ਰੋਸੀਜਰ ਨਾਲ ਰਿਮੂਵ ਕੀਤਾ ਜਾ ਸਕਦਾ ਹੈ। ਠੀਕ ਹੈ ਨਾ, ਤਾਂ ਦੋਸਤੋ ਚੀਫ ਜਸਟਿਸ ਨੂੰ ਰਿਮੂਵ ਕਰਨ ਲਈ ਪ੍ਰੈਜ਼ੀਡੈਂਟ ਮਤਲਬ ਕਿ ਨਾ ਪਹਿਲਾਂ ਪਾਰਲੀਮੈਂਟ ਦੇ ਵਿੱਚ ਰੈਜ਼ੋਲੂਸ਼ਨ ਪਾਸ ਹੁੰਦੀ ਹੈ ਅਤੇ ਪ੍ਰੈਜ਼ੀਡੈਂਟ ਬਾਅਦ 'ਚੋਂ ਆਪਣੀ ਅਸੈਂਟ ਦਿੰਦਾ, ਮਤਲਬ ਕਿ ਅਪਰੂਵ ਕਰਦਾ ਪ੍ਰੈਜ਼ੀਡੈਂਟ। ਠੀਕ ਹੈ ਨਾ, ਮਤਲਬ ਕਿ ਪਾਰਲੀਮੈਂਟ ਅਤੇ ਪ੍ਰੈਜ਼ੀਡੈਂਟ ਦੋਨੋਂ ਇਕੱਠੇ ਮਿਲ ਕੇ ਮਤਲਬ ਚੀਫ ਜਸਟਿਸ ਆਫ ਇੰਡੀਆ ਨੂੰ ਰਿਮੂਵ ਕਰਦੇ ਹਾਂ। ਅੱਗੇ ਗੱਲ ਕਰਦੇ ਹਾਂ, ਪ੍ਰਸ਼ਨ ਆ ਗਿਆ ਛੇਵਾਂ, ਇਹ ਮੈਂਬਰ ਆਫ ਦੀ ਸਟੇਟ ਪਬਲਿਕ ਸਰਵਿਸ ਕਮਿਸ਼ਨ ਇਜ਼ ਰਿਮੂਵਡ ਫਰੋਮ ਹਿਸ ਆਫਿਸ ਬਾਏ। ਕਹਿੰਦੇ ਸਟੇਟ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਉਹ ਦਫ਼ਤਰ ਤੋਂ ਆਪਣੇ ਤੋਂ ਕਿਵੇਂ ਰਿਮੂਵ ਕੀਤਾ ਜਾ ਸਕਦਾ ਹੈ। ਠੀਕ ਹੈ ਨਾ, ਮਤਲਬ ਕੌਣ ਰਿਮੂਵ ਕਰ ਸਕਦਾ ਉਹਨੂੰ, ਕੌਣ ਰਿਮੂਵ ਕਰ ਸਕਦਾ? ਤਾਂ ਦੋਸਤੋ ਪ੍ਰੈਜ਼ੀਡੈਂਟ, ਸਿਰਫ ਰਾਸ਼ਟਰਪਤੀ ਸਾਹਿਬ ਸਟੇਟ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਨੂੰ ਰਿਮੂਵ ਕਰ ਸਕਦੇ ਆ। ਠੀਕ ਹੈ ਨਾ, ਅੱਗੇ ਗੱਲ ਕਰਦੇ ਹਾਂ, ਡਿਸਪਿਊਟਸ ਰਿਗਾਰਡਿੰਗ ਦੀ ਇਲੈਕਸ਼ਨ ਆਫ ਦਾ ਪ੍ਰੈਜ਼ੀਡੈਂਟ ਐਂਡ ਵਾਈਸ ਪ੍ਰੈਜ਼ੀਡੈਂਟ ਆਰ ਸੈਟਲਡ। ਕਹਿੰਦੇ ਮਤਲਬ ਕਿ ਜਿਹੜੇ ਝਗੜੇ ਹੁੰਦੇ ਆ ਪ੍ਰੈਜ਼ੀਡੈਂਟ ਸਾਹਿਬ ਨਾਲ ਰਿਲੇਟਡ ਅਤੇ ਆਪਣੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਨਾਲ ਰਿਲੇਟਡ, ਉਹ ਕਿੱਥੇ ਜਾ ਕੇ ਮਤਲਬ ਕਿ ਹੈਂਡਲ ਹੁੰਦੇ ਆ ਉਹਨਾਂ ਦੇ ਇਲੈਕਸ਼ਨਸ ਦਾ ਜੋ ਡਿਸਪਿਊਟ ਹੁੰਦਾ ਹੈ, ਪ੍ਰੈਜ਼ੀਡੈਂਟ ਦੀ ਵੋਟਾਂ ਦਾ ਇਲੈਕਸ਼ਨ ਦਾ ਜੋ ਡਿਸਪਿਊਟ ਹੁੰਦਾ ਅਤੇ ਵਾਈਸ ਪ੍ਰੈਜ਼ੀਡੈਂਟ ਦੀਆਂ ਇਲੈਕਸ਼ਨਸ ਦੀਆਂ ਜਾਂ ਵੋਟਾਂ ਦਾ ਮਤਲਬ ਜੋ ਵੀ ਡਿਸਪਿਊਟ ਹੁੰਦਾ, ਤਾਂ ਉਹ ਦੋਸਤੋ ਆਪਣੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਸੈਟਲ ਹੁੰਦਾ। ਠੀਕ ਹੈ ਨਾ, ਯਾਦ ਰੱਖਣਾ ਇਨ ਦਾ ਸੁਪਰੀਮ ਕੋਰਟ। ਠੀਕ ਹੈ ਨਾ, ਅੱਗੇ ਗੱਲ ਕਰਦੇ ਹਾਂ, ਪ੍ਰਸ਼ਨ ਅਗਲਾ ਆ ਗਿਆ, ਵੇਅਰ ਕੈਨ ਇੰਪੀਚਮੈਂਟ ਪ੍ਰੋਸੀਡਿੰਗ ਅਗੇਂਸਟ ਦੀ ਪ੍ਰੈਜ਼ੀਡੈਂਟ ਕੈਨ ਬੀ ਇਨੀਸ਼ੀਏਟਡ। ਕਹਿੰਦੇ ਪ੍ਰੈਜ਼ੀਡੈਂਟ ਦੇ ਅਗੇਂਸਟ ਕੋਈ ਇੰਪੀਚਮੈਂਟ ਮਤਲਬ ਕਿ ਪ੍ਰੈਜ਼ੀਡੈਂਟ ਨੂੰ ਪੋਸਟ ਤੋਂ ਹਟਾਉਣਾ, ਰਾਸ਼ਟਰਪਤੀ ਸਾਹਿਬ ਨੂੰ ਮਤਲਬ ਕਿ ਹਟਾਉਣਾ, ਉਹ ਕਿਵੇਂ ਕਿੱਥੇ ਮਤਲਬ ਕਿ ਉਹਦੇ ਲਈ ਪ੍ਰੋਸੈਸ ਕਿੱਥੋਂ ਸਟਾਰਟ ਹੁੰਦੀ ਆ? ਤਾਂ ਦੋਸਤੋ ਕਿਸੇ ਵੀ ਇੱਕ ਹਾਊਸ ਦੇ ਵਿੱਚ
ਇਹ ਪ੍ਰੋਸੈਸ ਸਟਾਰਟ ਕੀਤੀ ਜਾ ਸਕਦੀ ਹੈ ਇਨ ਈਦਰ ਹਾਊਸ ਆਫ ਦਾ ਪਾਰਲੀਮੈਂਟ, ਚਾਹੇ ਲੋਕ ਸਭਾ ਦੇ ਵਿੱਚ ਸਟਾਰਟ ਹੋ ਜਾਵੇ, ਮਤਲਬ ਚਾਹੇ ਰਾਜ ਸਭਾ ਦੇ ਵਿੱਚ। ਜਦੋਂ ਇੰਪੀਚਮੈਂਟ ਦੀ ਪ੍ਰੋਸੈਸ ਸਟਾਰਟ ਹੋਊਗੀ ਫਿਰ ਮਤਲਬ ਕਿ ਅੱਗੇ ਪ੍ਰੈਜ਼ੀਡੈਂਟ ਸਾਹਿਬ ਨੂੰ ਮਤਲਬ ਹਟਾਇਆ ਜਾ ਸਕਦਾ, ਠੀਕ ਹੈ ਨਾ, ਜਦੋਂ ਦੋਨਾਂ ਹਾਊਸ ਦੀ ਸਹਿਮਤੀ ਹੋਊਗੀ, ਠੀਕ ਹੈ ਨਾ। ਸਟਾਰਟ ਇੱਕ 'ਚੋਂ ਹੋਣੀ ਹੈ, ਜਿਹੜੇ 'ਚੋਂ ਮਰਜ਼ੀ ਹੋ ਸਕੇ, ਕੋਈ ਚੱਕਰ ਨਹੀਂ। ਅੱਗੇ ਗੱਲ ਕਰਦੇ ਪ੍ਰਸ਼ਨ 9ਵਾਂ, ਇਨ ਦੀ ਇਵੈਂਟ ਆਫ ਦੀ ਰੈਜ਼ਿਗਨੇਸ਼ਨ ਔਰ ਡੈਥ ਆਫ ਦੀ ਪ੍ਰਾਈਮ ਮਿਨਿਸਟਰ। ਕਹਿੰਦੇ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਦੀ ਡੈਥ ਹੋ ਜਾਂਦੀ ਹੈ ਜਾਂ ਰੈਜ਼ਿਗਨੇਸ਼ਨ ਉਹ ਦੇ ਦਿੰਦੇ ਆ, ਠੀਕ ਹੈ ਨਾ, ਕਿਸੇ ਕਾਰਨ ਕਰਕੇ, ਤਾਂ ਦੋਸਤੋ ਇਹਨਾਂ ਵਿੱਚੋਂ 4 ਆਪਸ਼ਨਾਂ ਜੋ ਦਿੱਤੀਆਂ ਹੋਈਆਂ ਇਹਨਾਂ ਵਿੱਚੋਂ ਕੀ ਹੁੰਦਾ ਹੈ, ਤਾਂ ਦੋਸਤੋ ਮਿਨਿਸਟਰੀ ਡਿਸੋਲਵ ਹੋ ਜਾਂਦੀ ਹੈ। ਯਾਦ ਰੱਖਣਾ, ਮਿਨਿਸਟਰੀ ਜੋ ਪ੍ਰਾਈਮ ਮਿਨਿਸਟਰ ਸਾਹਿਬ ਦੀ ਮਿਨਿਸਟਰੀ ਬਣਾਈ ਹੋਈ ਹੁੰਦੀ ਹੈ, ਸੈਟਅਪ ਕੀਤੀ ਹੁੰਦੀ ਹੈ ਵੀ ਇਹ ਮਿਨਿਸਟਰ ਆਪਣੇ ਕੋਈ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ ਮਿਨਿਸਟਰੀ ਆ, ਕੋਈ ਸੋਸ਼ਲ ਜਸਟਿਸ ਐਮਪਾਵਰਮੈਂਟ ਮਿਨਿਸਟਰੀ ਆ, ਜਿਵੇਂ ਕੋਈ ਰੇਲਵੇ ਮਿਨਿਸਟਰੀ ਆ, ਕੋਈ ਅਲੱਗ-ਅਲੱਗ ਇਨਵਾਇਰਨਮੈਂਟ ਮਿਨਿਸਟਰੀ ਆ, ਇਹ ਸਾਰੀਆਂ ਮਿਨਿਸਟਰੀ ਮਤਲਬ ਡਿਸੋਲਵ ਹੋ ਜਾਂਦੀਆਂ, ਠੀਕ ਹੈ ਨਾ, ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਜਾਂ ਰਿਜ਼ਾਈਨ ਕਰ ਜਾਂਦੇ ਆ ਜਾਂ ਉਹਨਾਂ ਦੀ ਡੈਥ ਹੋ ਜਾਂਦੀ ਹੈ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 10ਵਾਂ, ਦ ਕੌਨਸਟੀਟਿਊਸ਼ਨ ਇਜ਼ ਡਿਕਲੇਅਰ ਟੂ ਹੈਵ ਬੀਨ ਅਡੋਪਟਡ ਐਂਡ ਐਨੈਕਟਡ ਬਾਏ। ਕਹਿੰਦਾ ਜਿਹੜਾ ਕੌਨਸਟੀਟਿਊਸ਼ਨ ਆ ਉਹ ਅਡੋਪਟ ਅਤੇ ਇਨੈਕਟ ਕਿਸ ਦੁਆਰਾ ਕੀਤਾ ਗਿਆ ਸੀ। ਡਿਕਲੇਅਰ ਟੂ ਹੈਵ ਬੀਨ ਅਡੋਪਟਡ ਐਂਡ ਐਨੈਕਟਡ ਬਾਏ ਪੀਪਲ ਆਫ ਇੰਡੀਆ, ਠੀਕ ਹੈ ਨਾ, ਠੀਕ ਹੈ ਨਾ। ਮਤਲਬ ਕਿ ਆਪਣੇ ਜੋ ਆਪਣੇ ਪੀਪਲ ਆ, ਲੋਕੀ ਆਪਣੇ, ਠੀਕ ਹੈ ਨਾ, ਇੰਡੀਆ ਦੇ ਭਾਰਤੀ ਜੋ ਆਪਾਂ ਕਹਿ ਸਕਦੇ ਹਾਂ ਨਾ, ਤਾਂ ਉਹਨਾਂ ਦੁਆਰਾ ਅਡੋਪਟ ਇਨੈਕਟ ਕੀਤਾ ਗਿਆ ਸੀ, ਠੀਕ ਹੈ ਨਾ, ਕੌਨਸਟੀਟਿਊਸ਼ਨ। ਅੱਗੇ ਆ ਗਿਆ ਪ੍ਰਸ਼ਨ 11ਵਾਂ ਦਾ, ਪ੍ਰੈਂਬਲ ਇਨਸ਼ਰਾਈਨਸ ਦੀ ਆਈਡੀਅਲਸ ਆਫ ਲਿਬਰਟੀ ਇਕੁਐਲਿਟੀ ਐਂਡ ਫਰੈਟਰਨਿਟੀ ਆਈਡੀਅਲਸ ਇੰਸਪਾਇਰਡ ਬਾਏ ਦਾ। ਕਹਿੰਦੇ ਆਪਣੇ ਪ੍ਰੈਂਬਲ ਦੇ ਵਿੱਚ, ਭਾਰਤੀ ਸੰਵਿਧਾਨ ਦੀ ਪ੍ਰੈਂਬਲ ਦੇ ਵਿੱਚ ਲਿਬਰਟੀ ਮਤਲਬ ਕਿ ਆਜ਼ਾਦੀ ਜੋ ਕਹਿ ਸਕਦੇ ਹਾਂ, ਇਕੁਐਲਿਟੀ ਬਰਾਬਰਤਾ ਅਤੇ ਫਰੈਟਰਨਿਟੀ ਕਿੱਥੋਂ ਲਏ ਗਏ ਆ, ਤਾਂ ਦੋਸਤੋ ਇਹ ਲਿੱਤੇ ਗਏ ਆ ਫ੍ਰੈਂਚ ਰੈਵੋਲੂਸ਼ਨ ਚੋਂ, ਠੀਕ ਹੈ ਨਾ, ਯਾਦ ਰੱਖਣਾ। ਪ੍ਰਸ਼ਨ 12ਵਾਂ, ਹੂ ਹੈਜ਼ ਦੀ ਅਥਾਰਟੀ ਟੂ ਰਿਮੂਵ ਦੀ ਵਾਈਸ ਪ੍ਰੈਜ਼ੀਡੈਂਟ ਫਰੋਮ ਹਿਸ ਆਫਿਸ ਬਿਫੋਰ ਦੀ ਐਕਸਪਾਇਰੀ ਆਫ ਹਿਸ ਟਰਮ। ਕਹਿੰਦੇ ਕਿਸ ਦੇ ਕੋਲ ਪਾਵਰ ਹੁੰਦੀ ਆ ਕਿ ਉਹ ਆਪਣੇ ਉਪ ਰਾਸ਼ਟਰਪਤੀ ਸਾਹਿਬ ਨੂੰ ਉਹਨਾਂ ਦੇ ਆਫਿਸ ਦੇ ਉੱਤੋਂ ਉਹਨਾਂ ਦੇ 5 ਸਾਲ ਕੰਪਲੀਟ ਹੋਣ ਤੋਂ ਪਹਿਲਾਂ ਹੀ, ਮਤਲਬ ਕਿ ਠੀਕ ਹੈ ਨਾ, ਪਹਿਲਾਂ ਹੀ ਉਹਨਾਂ ਨੂੰ ਰਿਮੂਵ ਕਰ ਦੇਣ, ਮਤਲਬ ਕਿ ਵਾਈਸ ਪ੍ਰੈਜ਼ੀਡੈਂਟ ਨੂੰ ਹਟਾ ਦੇਣ, ਤਾਂ ਉਹ ਸਿਰਫ ਰਾਜ ਸਭਾ ਕੋਲ ਪਾਵਰ ਹੁੰਦੀ ਹੈ, ਠੀਕ ਹੈ ਨਾ, ਯਾਦ ਰੱਖਣਾ। ਦੀ ਮਨਿਸਟਰ ਆਰ ਇੰਡੀਵਿਜੂਅਲੀ ਰਿਸਪੋਂਸੀਬਲ ਟੂ। ਕਹਿੰਦੇ ਮਨਿਸਟਰ ਕਿਹਦੇ ਲਈ ਇੰਡੀਵਿਜੂਅਲੀ ਰਿਸਪੋਂਸੀਬਲ ਹੁੰਦੇ ਆ, ਤਾਂ ਦੋਸਤੋ ਮਨਿਸਟਰ ਇੰਡੀਵਿਜੂਅਲੀ ਰਿਸਪੋਂਸੀਬਲ ਫॉर ਦੀ ਪ੍ਰੈਜ਼ੀਡੈਂਟ, ਠੀਕ ਹੈ ਨਾ, ਯਾਦ ਰੱਖਣਾ। ਮਿਨਿਸਟਰਸ ਆਰ ਇੰਡੀਵਿਜੂਅਲੀ ਰਿਸਪੋਂਸੀਬਲ ਟੂ ਦੀ ਪ੍ਰੈਜ਼ੀਡੈਂਟ, ਠੀਕ ਹੈ ਨਾ। ਅੱਗੇ ਆ ਗਿਆ ਇੰਡੀਅਨ ਕੌਨਸਟੀਟਿਊਸ਼ਨ ਪ੍ਰੋਵਾਈਡਸ ਫॉर ਆ। ਕਹਿੰਦੇ ਭਾਰਤੀ ਸੰਵਿਧਾਨ ਕਿਆ ਪ੍ਰੋਵਾਈਡ ਕਰਾਉਂਦਾ ਹੈ। ਭਾਰਤੀ ਸੰਵਿਧਾਨ ਦੇ ਵਿੱਚ ਆਪਾਂ ਨੂੰ ਬਾਈ ਕੈਮਰਲ ਸਿਸਟਮ ਮਿਲਦਾ। ਬਾਈ ਕੈਮਰਲ ਸਿਸਟਮ ਦਾ ਮਤਲਬ ਕਿ ਦੋ ਤਰ੍ਹਾਂ ਦਾ ਵਿਧਾਨ ਸਭਾ ਅਤੇ ਆਪਾਂ ਵਿਧਾਨ ਪ੍ਰੀਸ਼ਦ ਕਹਿ ਦਿੰਦੇ ਹਾਂ, ਜਿਵੇਂ ਬਾਈ ਕੈਮਰਲ ਆਪਣੇ ਸਟੇਟ ਦੇ ਵਿੱਚ ਹੁੰਦਾ, ਇੱਦਾਂ ਹੀ 2 ਹਾਊਸ ਹੁੰਦੇ ਆ ਜਿਹਦੇ ਵਿੱਚ, ਜਿਵੇਂ ਆਪਣੇ ਪਾਰਲੀਮੈਂਟ ਦੇ ਵਿੱਚ 2 ਹਾਊਸਾਂ, ਲੋਕ ਸਭਾ ਅਤੇ ਰਾਜ ਸਭਾ, ਠੀਕ ਹੈ ਨਾ, ਉਹਨੂੰ ਆਪਾਂ ਬਾਈ ਕੈਮਰਲ ਸਿਸਟਮ ਕਹਿੰਦੇ ਹਾਂ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ, ਹੂ ਇਜ਼ ਦੀ ਕੰਪੀਟੈਂਟ ਟੂ ਪ੍ਰਸਕ੍ਰਾਈਬ ਕੰਡੀਸ਼ਨਸ ਐਜ਼ ਫॉर ਅਕਵਾਇਰਿੰਗ ਇੰਡੀਅਨ ਸਿਟੀਜ਼ਨਸ਼ਿਪ। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਇੰਡੀਅਨ ਸਿਟੀਜ਼ਨਸ਼ਿਪ ਸ਼ਿਪ ਲੈਣ ਲਈ, ਮਤਲਬ ਕਿ ਭਾਰਤੀ ਨਾਗਰਿਕਤਾ ਲੈਣ ਲਈ ਕੰਡੀਸ਼ਨਸ ਨੂੰ ਪ੍ਰਸਕ੍ਰਾਈਬ ਕਰ ਰਿਹਾ ਹੈ, ਤਾਂ ਉਹ ਦੋਸਤੋ ਪਾਰਲੀਮੈਂਟ ਦੇ ਵਿੱਚ ਕੰਡੀਸ਼ਨਸ ਪ੍ਰਸਕ੍ਰਾਈਬ ਹੁੰਦੀਆਂ ਵੀ ਕਿਹੜੀਆਂ ਕੰਡੀਸ਼ਨਸ ਦੇ ਤਹਿਤ ਭਾਰਤੀ ਨਾਗਰਿਕਤਾ ਲਈ ਜਾ ਸਕਦੀ ਹੈ, ਠੀਕ ਹੈ ਨਾ, ਯਾਦ ਰੱਖਣਾ। ਅੱਗੇ ਆ ਗਿਆ ਪ੍ਰਸ਼ਨ 16ਵਾਂ ਦਾ, ਕੌਨਸਟੀਟਿਊਸ਼ਨ ਅਸੈਂਬਲੀ ਅਡੋਪਟਡ ਆਵਰ ਕੌਨਸਟੀਟਿਊਸ਼ਨ ਔਨ। ਕਹਿੰਦੇ ਆਪਣੀ ਸੰਵਿਧਾਨਿਕ ਅਸੈਂਬਲੀ ਸੀ ਜੋ ਨਾ ਦੋਸਤੋ, ਉਹਨੇ ਸੰਵਿਧਾਨ ਨੂੰ ਕਦੋਂ ਅਡੋਪਟ ਕੀਤਾ ਸੀ, ਤਾਂ 26 ਨਵੰਬਰ 1949 ਨੂੰ ਆਪਣੇ ਭਾਰਤ ਦੀ ਸੰਵਿਧਾਨ ਨੂੰ ਅਡੋਪਟ ਕੀਤਾ ਗਿਆ ਉਹਨਾਂ ਦੀ ਸੰਵਿਧਾਨਿਕ ਅਸੈਂਬਲੀ ਦੁਆਰਾ, ਠੀਕ ਹੈ ਨਾ, ਭਾਰਤੀ ਸੰਵਿਧਾਨਿਕ ਅਸੈਂਬਲੀ ਦੁਆਰਾ। ਹਾਊ ਮੈਨੀ ਆਰਟੀਕਲਸ ਆਰ ਦੇਅਰ ਇਨ ਦਾ ਕੌਨਸਟੀਟਿਊਸ਼ਨ। ਬਹੁਤ ਇੰਪੋਰਟੈਂਟ ਕੁਐਸਚਨ ਆ ਦੋਸਤੋ। ਭਾਰਤੀ ਸੰਵਿਧਾਨ ਦੇ ਵਿੱਚ ਕਿੰਨੇ ਆਰਟੀਕਲ ਨੇ, ਤਾਂ ਦੋਸਤੋ ਇਹ ਆਰਟੀਕਲ 395 ਆ, ਠੀਕ ਹੈ, ਯਾਦ ਰੱਖਣਾ। ਅੱਗੇ ਆ ਗਿਆ ਪ੍ਰਸ਼ਨ 18ਵਾਂ, ਦਾ ਰੇਸ਼ੀਓ ਬਿਟਵੀਨ ਦੀ ਲੈਂਥ ਐਂਡ ਦੀ ਬ੍ਰੈਡਥ ਆਫ ਦਾ ਇੰਡੀਅਨ ਨੈਸ਼ਨਲ ਫਲੈਗ ਇਜ਼। ਕਹਿੰਦੇ ਭਾਰਤੀ ਰਾਸ਼ਟਰੀ ਫਲੈਗ ਦੀ ਲੈਂਥ ਐਂਡ ਬ੍ਰੈਡਥ ਕਿੰਨੀ ਆ, ਤਾਂ ਦੋਸਤੋ ਹੈਗੇ 2:3, ਯਾਦ ਰੱਖਣਾ।
ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 19ਵਾਂ 26 ਜਨਵਰੀ ਇੰਡੀਆਜ਼ ਕਿਆ ਹੁੰਦਾ ਹੈ? 26 ਜਨਵਰੀ ਨੂੰ ਰਿਪਬਲਿਕ ਡੇ ਯਾਦ ਰੱਖਣਾ। 26 ਜਨਵਰੀ ਨੂੰ ਇੰਡੀਆ ਦੇ ਵਿੱਚ ਰਿਪਬਲਿਕ ਡੇ ਮਨਾਇਆ ਜਾਂਦਾ ਹੈ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 20ਵਾਂ ਵਿਚ ਵਨ ਆਫ ਦਾ ਫੋਲੋਇੰਗ ਵਾਸ ਐਨ ਐਸੋਸੀਏਟ ਸਟੇਟ ਆਫ ਇੰਡੀਆ ਬਿਫੋਰ ਬਿਕਮਿੰਗ ਅ ਫੁੱਲ ਫਲੈਜ ਸਟੇਟ। ਕਹਿੰਦੇ ਇਹਨਾਂ ਨਿਮਨਲਿਖਤ ਦੇ ਵਿੱਚੋਂ ਕਿਹੜੀ ਸਟੇਟ ਪਹਿਲਾਂ ਐਸੋਸੀਏਟ ਸਟੇਟ ਸੀ? ਯਾਦ ਰੱਖਣਾ ਐਸੋਸੀਏਟ ਸਟੇਟ, ਠੀਕ ਹੈ ਨਾ। ਬਾਅਦ 'ਚੋਂ ਫੁੱਲ ਫਲੈਜਡ ਸਟੇਟ ਬਣ ਗਈ। ਤਾਂ ਦੋਸਤੋ ਹੈਗੀ ਸਿੱਕਮ। ਸਿੱਕਮ ਪਹਿਲਾਂ ਐਸੋਸੀਏਟ ਸਟੇਟ ਸੀ, ਬਾਅਦ 'ਚੋਂ ਫੁੱਲ ਫਲੈਜ ਸਟੇਟ ਬਣ ਗਈ। ਦੋਸਤੋ ਅੱਜ ਦੀ ਵੀਡੀਓ ਵਿੱਚ ਬਸ ਇੰਨੇ। ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਦੋਸਤੋ।